ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਫਿਰਤ ਫਿਰਤ ਪ੍ਰਭ ਆਇਆ ਪਰਿਆ ਕਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਫਿਰਦਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾਲੇ ਮਾਲਕਾ। ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾਲੇ ਮਾਲਕਾ। ਆਪਣੀ ਭਗਤੀ ਲਾਲੇ ਮਾਲਕਾ। ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾਲੇ ਮਾਲਕਾ। ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾਲੇ ਮਾਲਕਾ। ਫਿਰਦਾ ਫਿਰਦਾ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾਲੇ ਮਾਲਕਾ। ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾਲੇ ਮਾਲਕਾ। ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾਲੇ ਮਾਲਕਾ। ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਜੀ ਆਪਣੀ ਭਗਤੀ ਲਾਲੇ ਮਾਲਕਾ। ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਭਗਤੀ ਲਾਲੇ ਮਾਲਕਾ। ਆਪਣੀ ਭਗਤੀ ਜੀ ਲਾਲੇ ਮਾਲਕਾ ਆਪਣੀ ਭਗਤੀ ਜੀ ਲਾਲੇ ਮਾਲਕਾ। ਆਪਣੀ ਭਗਤੀ ਜੀ ਲਾਲੇ ਮਾਲਕਾ। ਆਪਣੀ ਜੀ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾਲੇ ਮਾਲਕਾ। ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾਲੇ ਮਾਲਕਾ। ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾਲੇ ਮਾਲਕਾ।
ਦੁਆਰੇ ਜੇ ਆਪਣੇ ਭਗਤੇ ਲਾਲੈ ਮਾਲਕਾ ਆਪਣੀ ਭਗਤੀ ਲਾਲੈ ਮਾਲਕਾ ਜੀ ਆਪਣੀ ਭਗਤੀ ਲਾਲੈ ਮਾਲਕਾ ਜੀ ਆਪਣੀ ਭਗਤੀ ਪਿਆਰੇ ਜੀ ਆਪਣੀ ਭਗਤੀ ਲਾਲੈ ਮਾਲਕਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਫਿਰਦਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਭਗਤੀ ਲਾਲੈ ਆਦੇ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੇ ਪ੍ਰਭ ਬੇਨਤੀ ਆਪਣੇ ਭਗਤੇ ਲਾਏ ਪਰਮ ਸਤਿਕਾਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਪਿਆਰ ਨਾਲ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ ਆਓ ਕੁਝ ਸਮਾਂ ਆਪਾਂ ਰਲ ਮਿਲ ਕਰਕੇ ਲਾਹੇ ਪ੍ਰਾਪਤ ਕਰੀਏ ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ ਸਰਬੱਤ ਸੰਗਤਾਂ ਦੇ ਭਲੇ ਵਾਸਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਕੱਲ ਰੂਪ ਤੋਂ ਲੈ ਕੇ ਧੁਰ ਕੇ ਬਾਣੀ ਆਈ ਤਨ ਸਗਲੀ ਚਿੰਤ ਮਿਟਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਜਾਪ ਪ੍ਰਕਾਸ਼ ਨੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਸੰਗਤਾਂ ਤਨ ਮਨ ਧਨ ਕਰਕੇ ਲਾਹੇ ਪ੍ਰਾਪਤ ਕਰ ਰਹੀਆਂ ਹਨ ਸੋ ਗੁਰਮੁਖ ਪਿਆਰਿਓ ਜਿੱਥੇ ਆਪਾਂ ਤਨ ਨੂੰ ਪਵਿੱਤਰ ਕਰਦੇ ਹਾਂ ਸੇਵਾ ਕਰਕੇ ਧਨ ਦੇ ਨਾਲ ਵੀ ਸੇਵਾ ਕਰਕੇ ਧਨ ਨੂੰ ਪਵਿੱਤਰ ਕਰਦੇ ਹਾਂ ਉੱਥੇ ਨਾਲ ਆਪਾਂ ਮਨ ਨੂੰ ਵੀ ਪਵਿੱਤਰ ਕਰੀਏ ਮਨ ਨੂੰ ਪਵਿੱਤਰ ਕਰਨ ਦਾ ਗੁਰਮੁਖ ਪਿਆਰਿਓ ਇੱਕ ਹੀ ਉਪਰਾਲਾ ਹੈ ਉਹ ਕੀ ਆ ਵੀ ਸਤ ਸੰਗਤ ਦੇ ਵਿੱਚ ਆ ਕੇ ਗੁਰਬਾਣੀ ਦੇ ਗਿਆਨ ਦੇ ਨਾਲ ਜੁੜ ਕੇ ਸੁਰਤ ਨੂੰ ਜੋੜ ਕੇ ਗੁਰਬਾਣੀ ਜਿਹੜੀ ਹੈ ਜਦੋਂ ਅਸੀਂ ਦੀ ਵਿਚਾਰ ਨੂੰ ਸਰਵਣ ਕਰਦੇ ਹਾਂ ਸੁਣਦੇ ਹਾਂ ਤਾਂ ਇਹ ਸਾਡੇ ਮਨ ਨੂੰ ਪਵਿੱਤਰ ਕਰਦੀ ਹੈ ਮਨ ਦੀ ਮੈਲ ਲਾਉਂਦੀ ਹੈ
ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਯਤਨ ਕਰਾਏ। ਮਨ ਦੀ ਮੈਲ ਜਿਹੜੀ ਹੈ ਲੱਖਾਂ ਕੋਈ ਯਤਨ ਕਰ ਲਵੇ ਉਤਰਦੀ ਨਹੀਂ। ਤੇ ਗੁਰਮੁਖ ਪਿਆਰੋ, ਇਹ ਮਨ ਦੀ ਜਿਹੜੀ ਮੈਲ ਹੈ ਸਤ ਸੰਗਤ ਦੇ ਵਿੱਚ ਆ ਕੇ ਗੁਰਬਾਣੀ ਦੁਆਰਾ ਉਤਰਦੀ ਹੈ। ਕਿਉਂਕਿ ਮਨ ਤੱਕ ਪਾਣੀ ਦੀ ਪਹੁੰਚ ਨਹੀਂ ਹੈ, ਮਨ ਤੱਕ ਪਹੁੰਚ ਹੈ ਗੁਰਬਾਣੀ ਦੀ। ਕੇਵਲ ਗੁਰਬਾਣੀ ਸਾਡੇ ਮਨ ਦਾ ਇਸ਼ਨਾਨ ਕਰਾਉਂਦੀ ਹੈ। ਮਹਾਰਾਜ ਕਹਿੰਦੇ ਨੇ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ। ਸਤ ਸੰਗਤ ਰੂਪੀ ਸਰੋਵਰ ਤੇ ਆ ਕੇ, ਇਹ ਅੰਮ੍ਰਿਤਸਰ ਸਰੋਵਰ ਹੈ ਜਿਹੜਾ ਸਤਸੰਗ ਰੂਪੀ ਹੈ। ਹੁਣ ਮਹਾਰਾਜ ਤਾਂ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਹੁਣ ਮਹਾਰਾਜ ਤਾਂ ਕਹਿੰਦੇ ਵੀ ਨਿਤ ਅੰਮ੍ਰਿਤਸਰ ਸਾਹਿਬ ਨਹਾਉਣਾ ਚਾਹੀਦਾ। ਤੇ ਗੁਰਮੁਖ ਪਿਆਰੇ, ਹੁਣ ਆਪਾਂ ਨਿਤ ਕਿਵੇਂ ਅੰਮ੍ਰਿਤਸਰ ਸਾਹਿਬ ਜਾ ਸਕਦੇ ਹਾਂ? ਇੱਥੇ ਜਿਹੜਾ ਅੰਮ੍ਰਿਤਸਰ ਆ ਉਹ ਸਤ ਸੰਗਤ ਰੂਪੀ ਸਰੋਵਰ ਨੂੰ ਕਿਹਾ ਵੀ ਸਤਸੰਗ ਦੇ ਵਿੱਚ ਨਿਤ ਆ ਕੇ ਇਸ਼ਨਾਨ ਕਰੋ। ਸਤਸੰਗ ਦੇ ਵਿੱਚ ਆ ਕੇ ਬੈਠੋਗੇ ਤੁਹਾਡਾ ਅੰਮ੍ਰਿਤਸਰ ਦਾ ਇਸ਼ਨਾਨ ਹੋ ਜਾਣਾ ਹੈ। ਤੇ ਇੱਥੇ ਆ ਕੇ ਬਾਣੀ ਦੇ ਨਾਲ ਜਦੋਂ ਇਸ਼ਨਾਨ ਕਰਾਂਗੇ ਤਾਂ ਸਾਡੇ ਮਨ ਦੀ ਮੈਲ ਉਤਰ ਜਾਣੀ ਹੈ। ਗੁਰਬਾਣੀ ਦੇ ਰਾਹੀਂ, ਗੁਰੂ ਦੇ ਗਿਆਨ ਰਾਹੀਂ ਸਾਡੇ ਮਨ ਦਾ ਇਸ਼ਨਾਨ ਹੁੰਦਾ ਹੈ। ਗੁਰ ਗਿਆਨ ਮੱਜਨ, ਮੱਜਨ ਕਹਿੰਦੇ ਆ ਇਸ਼ਨਾਨ ਨੂੰ। ਗੁਰ ਗਿਆਨ ਮੱਜਨ ਅਪਰੰਪਰਾ, ਪਰੰਪਰਾ ਦਾ ਅਰਥ ਹੁੰਦਾ ਪਰੇ ਤੋਂ ਪਰੇ ਹੈ। ਇਸ ਕਰਕੇ ਆਓ ਕੁਝ ਸਮਾਂ ਆਪਾਂ ਇੱਕ ਸ਼ਬਦ ਗੌੜੀ ਰਾਗ ਦੇ ਵਿੱਚੋਂ ਉਹਦੀ ਸੰਖੇਪ ਵਿਆਖਿਆ ਜਿੰਨੀ ਕੁ ਮਹਾਰਾਜ ਨੇ ਮਤ ਬੁੱਧ ਬਖਸ਼ੀ ਹੈ ਉਸ ਤੁਸ ਬੁੱਧੀ ਦੇ ਅਨੁਸਾਰ ਆਪਾਂ ਉਸ ਸ਼ਬਦ ਦੀ ਵਿਆਖਿਆ ਕਰੀਏ। ਆਪੋ ਆਪਣੀਆਂ ਮਨੋਵਿਰਤ ਨੂੰ ਕਾਗਰ ਕਰਕੇ ਇੱਕ ਵਾਰੀ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਗੁਆਰਰੀ ਮਹੱਲਾ ਪੰਜਵਾ। ਗੌੜੀ ਗੁਆਰੇ ਦੀ, ਗੌੜੀ ਰਾਗ ਦੇ ਵਿੱਚ ਗੁਆਰੇ ਦੀ, ਇਹ ਗੌੜੀ ਦੀ ਜਾਤੀ ਹੈ। ਗੁਆਰੇ ਦੀ ਜਿਹੜਾ ਸ਼ਬਦ ਹੈ, ਜਿਵੇਂ ਗੌੜੀ ਦੱਖਣੀ, ਗੌੜੀ ਪੂਰਬੀ, ਗੌੜੀ ਗੁਆਰੇ ਦੀ, ਗੌੜੀ ਬੈਰਾਗਨ, ਇਹ ਗੌੜੀ ਦੀਆਂ ਕਿਸਮਾਂ ਨੇ। ਗੌੜੀ ਮਾਲਵਾ, ਗੌੜੀ ਮਾਲਾ, ਇਹਦੀਆਂ ਕਿਸਮਾਂ ਨੇ ਗੌੜੀ ਦੀਆਂ। ਇੱਥੇ ਗੌੜੀ ਗੁਆਰੇ ਦੀ ਦੇ ਰਾਹੀਂ, ਗੌੜੀ ਗੁਆਰੇ ਦੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਮ ਧਨਵੰਤ ਭਾਗਠ ਸਚ ਨਾਏ। ਹਮ ਧਨਵੰਤ, ਅਸੀਂ ਧੰਨਵਾਨ ਹਾਂ। ਭਾਗਠ, ਭਾਗਠ ਦਾ ਅਰਥ ਹੁੰਦਾ ਵੱਡਿਆਂ ਭਾਗਾਂ ਵਾਲੇ ਹਾਂ। ਹਮ ਧਨਵੰਤ ਭਾਗਠ ਸਚ ਨਾਏ, ਸੱਚੇ ਨਾਮ ਦੇ ਖਜ਼ਾਨੇ ਕਰਕੇ। ਕਿਵੇਂ ਧੰਨਵਾਨ ਹਾਂ? ਸਾਡੇ ਕੋਲੇ ਬਹੁਤ ਵੱਡਾ ਖਜ਼ਾਨਾ ਹੈ, ਧਨ ਹੈ। ਕਿਹੜਾ ਧਨ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਦੁਨੀਆ ਦੇ ਅੰਦਰ ਬੇਅੰਤ ਅਨੇਕਾਂ ਧਰਮ ਨੇ। ਹਰ ਇੱਕ ਧਰਮ ਦੇ ਆਪੋ ਆਪਣੇ ਗ੍ਰੰਥ ਨੇ। ਇਸਲਾਮ ਧਰਮ ਦਾ ਗ੍ਰੰਥ ਹੈ ਕੁਰਾਨ ਸ਼ਰੀਫ, ਕੁਰਾਨ ਹਦੀਸ।
एक कुरान शरीफ ते कुरान मजीद, ये ग्रंथ ने इस्लाम धर्म जिन्ने भी रहबर होए ने, जिन्ने भी ग्रंथ लिखे गए ने, कोई ऐसा ग्रंथ नहीं है कि किसी भी रहबर ने अपनी निगरानी दे विच बैठ के लिखाया हो। कुरान शरीफ मुहम्मद साहब ने आप कोले बैठ के नहीं लिखाई, बहुत समा बाद दे विच लिखती रूप दे विच आई है। सनातन मत के बड़े ग्रंथ ने, 4 वेद ने, महान ग्रंथ भागवत गीता है। 4 वेद ਜਿਹੜੇ ਨੇ ब्रह्मा के मुख तो उच्चारण मन्ने गए हैं, भी ब्रह्मा ने उच्चारण किए, पर लिखती रूप जिहड़ा है वो ऋषि वेद व्यास जी ने दिता है बड़ा समा बाद। सुभाविक ही है, कुछ ना कुछ मिलावट भी हो सकती है। इत्थे आपां एक गल कर दईए तो कोई गल इत्थों सुन के थल्ले जाके वो गल नूं बदल दिंदा है, पता नहीं की बना के दस अगे पेश करेगा। भागवत गीता ये भी बाद लिखती रूप दे विच आई है, ये सच है। ईसा जी ने बाइबल जिहड़ी आ वो अपनी निगरानी दे विच नहीं लिखी, ये भी बाद दे विच लिखती रूप दे विच आई है, बड़ा समा बाद। होर भी जिन्ने ग्रंथ ने गुरमुख प्यारिओ, किसे पैरोकार ने आप कोल बैठ के नहीं लिखाया। दुनिया दे विच इक्को एक जे धार्मिक ग्रंथ ने, ग्रंथ सारे सन्मानयोग ने, सत्कारयोग ने, किसी भी ग्रंथ नूं आपां छोटा नहीं कह सकते, सब आपको अपनी जगह सही ने, ज्ञान दे रहे हैं। जे आपां रामायण की गल करिए, 2 ने रामायण, एक वाल्मीकि रामायण, एक तुलसी रामायण, पर उन्होंने दे विच आपस दे विच किते पढ़ के देखो फर्क है। दुनिया दे विच इक्को एक धार्मिक ग्रंथ है गुरु ग्रंथ साहब, जो गुरु अर्जन देव पातशाह अपने मुख तो उच्चारण करते हैं ते भाई गुरदास जी लिख रहे हैं नाल दी नाल। दूसरी बार गुरु गोबिंद सिंह महाराज जी मुख तो उच्चारण करते हैं तो भाई मनी सिंह जी लिख रहे हैं अपनी निगरानी दे विच। हर एक शब्द नूं लॉक लग्या होया है, हर एक शब्द अंकां की गिणती की गई है। जिन्ने भी शब्द ने गुरु ग्रंथ साहिब दे नूं घटा वधा नहीं कर सकदा। काव्य रूप दे विच भी जे 4 पदियां का शब्द हो तो एका दूआ तीया चौका लिखा होगा। 4 पदे ने, जिथे 3 पदियां के शब्द चलते उत्थे तीया होगा, अष्टपदी है तो उत्थे 8 होगा। हर एक शब्द के जोड़ लिखे गए हैं। लास्ट ते जिहड़ा राग दे विच जिन्ने शब्द जिहड़े गुरु साहब दे आउंदे ने उन्हां दा जोड़ लिखिया जाता है। पूरी गिणती है शब्दां की, कोई उन्होंने घटा वधा नहीं सकता। एडा वड्डा खजाना सानू सतगुरु सच्चे पातशाह महाराज जी ने बख्शिया है। इसे करके असी उस खजाने दे करके हम धनवंत, असी धनवान हाँ, धनाड़ हाँ बड़े बड़े। हम धनवंत भागट बड़िया भागां वाले हाँ, बड़े भागे हाँ। भाग सच नाए, सच्चे नाम करके गुरबाणी रूपी खजाने करके असी वड्डिया भागां वाले हाँ। ते धन गुरु अर्जन देव पातशाह महाराज जी ने सानू खजाना बख्शिश किया है। हर गुण गावै सहज सुभाए। हर गुण, हरि परमेश्वर परमात्मा वाहिगुरु दे गुण सहज अवस्था दे विच हर गुण गावै सहज सुभाए। सुभाए का अर्थ हुंदा प्रेम दे सहज।
ਪ੍ਰੇਮ ਦੇ ਸਹਿਜ ਅਵਸਥਾ ਦੇ ਵਿੱਚ ਬੈਠ ਕੇ, ਅਡੋਲ ਅਵਸਥਾ ਦੇ ਵਿੱਚ ਬੈਠ ਕੇ ਉਸ ਪ੍ਰਮਾਤਮਾ ਦੇ, ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਉਚਾਰਨ ਕਰਦੇ ਨੇ। ਰਹਾਉ ਦਾ ਅਰਥ ਹੁੰਦਾ ਟਿਕਾ। ਇੱਥੇ ਆ ਕੇ ਅਸੀਂ ਰੁਕ ਕੇ ਸਾਹ ਲੈ ਸਕਦੇ ਹਾਂ। ਪਾਠ ਕਰਦੇ ਹਾਂ, ਪਾਠ ਕਰਦੇ ਕਰਦੇ ਰਹਾਉ ਤੇ ਆ ਕੇ ਰੁਕਣਾ ਹੈ। ਇੱਕ ਜਿਹੜਾ ਸਾਰੇ ਸ਼ਬਦ ਦਾ ਮੂਲ ਸਿਧਾਂਤ ਹੁੰਦਾ ਉਹ ਰਹਾਉ ਦੀ ਪੰਕਤੀਆਂ ਦੇ ਵਿੱਚ ਹੁੰਦਾ ਹੈ। ਰਾਗੀ ਸਿੰਘ ਜਿਹੜੇ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ ਉਹ ਰਹਾਉ ਦੀ ਪੰਕਤੀ ਦੀ ਟੇਕ ਬਣਾ ਕੇ ਕੀਰਤਨ ਕਰਦੇ ਨੇ। ਤੇ ਗੁਰਮੁਖ ਪਿਆਰਿਓ, ਕਈ ਸ਼ਬਦਾਂ ਦੇ ਵਿੱਚ ਰਹਾਉ 2 ਵਾਰੀ ਵੀ ਆ ਜਾਂਦਾ, ਕਈ ਸ਼ਬਦਾਂ ਦੇ ਵਿੱਚ ਰਹਾਉ 4 ਵਾਰੀ ਵੀ ਆਉਂਦਾ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ, ਉਹਦੇ ਵਿੱਚ ਰਹਾਉ 6 ਵਾਰੀ ਆਇਆ। ਉਹ ਸ੍ਰੀ ਰਾਗ ਦੇ ਅੰਦਰ ਸ਼ਬਦ ਹੈ। ਸੋ ਇਸ ਤਰ੍ਹਾਂ ਕਰਕੇ ਰਹਾਉ ਇੱਥੇ ਵਿਸਰਾਮ ਦੇ ਕੇ ਸਤਿਗੁਰੂ ਮਹਾਰਾਜ ਜੀ ਉਚਾਰਨ ਕਰਦੇ ਹਨ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਪਿਉ ਦਾਦੇ ਕਾ ਸਾਡੇ ਵੱਡ ਵਡੇਰਿਆਂ ਦਾ ਖਜ਼ਾਨਾ ਹੈ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਆਪਣੇ ਪਿਓ ਦਾਦੇ ਦਾ ਸਾਨੂੰ ਬਖਸ਼ਿਆ, ਸਾਡੇ ਸਤਿਗੁਰਾਂ ਦਾ ਬਖਸ਼ਿਆ ਹੋਇਆ ਖਜ਼ਾਨਾ ਜਿਹੜਾ ਹੈ, ਇਹਨੂੰ ਖੋਲ ਕੇ ਵੇਖੋ। ਖੋਲ ਕੇ ਵੇਖਣ ਦਾ ਭਾਵ, ਹੁਣ ਮੈਂ ਤੁਹਾਨੂੰ ਕੋਈ ਸ਼ਬਦ ਸੁਣਾ ਦੇਵਾਂ ਤੇ ਤੁਸੀਂ ਕਹੋਗੇ ਇਹਦੇ ਅਰਥ ਕਰਕੇ ਦੱਸੋ। ਜਦੋਂ ਉਹਦੇ ਅਰਥ ਕਰਾਂਗੇ ਉਹ ਸ਼ਬਦ ਖੁੱਲ ਜਾਂਦਾ ਹੈ, ਉਹਦੇ ਵਿੱਚੋਂ ਸਤਿਗੁਰੂ ਜੀ ਪ੍ਰਤੱਖ ਹੋ ਜਾਂਦੇ ਨੇ ਵੀ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਸਾਨੂੰ ਕੀ ਸਿੱਖਿਆ, ਕੀ ਉਪਦੇਸ਼ ਦੇਣਾ ਚਾਹੁੰਦੇ ਨੇ, ਕੀ ਉਪਦੇਸ਼ ਦਿੱਤਾ ਇਸ ਸ਼ਬਦ ਵਿੱਚ। ਇਸ ਕਰਕੇ ਸ਼ਬਦ ਨੂੰ ਖੋਲਣਾ ਚਾਹੀਦਾ, ਉਹਦੀ ਵਿਆਖਿਆ ਹੋ ਜਾਂਦੀ ਹੈ। ਜਦੋਂ ਅਸੀਂ ਸ਼ਬਦ ਨੂੰ ਖੋਲ ਕੇ ਉਹਦੀ ਵਿਆਖਿਆ ਕਰਦੇ ਆ, ਉਹਨੂੰ ਕਹਿੰਦੇ ਨੇ ਖਜ਼ਾਨਾ ਖੋਲ ਕੇ ਵੇਖਣਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਨੂੰ ਜਿਹੜਾ ਖਜ਼ਾਨਾ ਬਖਸ਼ਿਆ ਹੈ, ਤੇ ਗੁਰਮੁਖ ਪਿਆਰੋ ਰਤਨਾਂ ਦੇ ਨਾਲ ਬੇਸ਼ੁਮਾਰ ਕੀਮਤੀ ਜਿਹੜੇ ਬਚਨ ਨੇ ਗੁਰੂ ਸਾਹਿਬ ਜੀ ਦੇ, ਤੇ ਭਰਿਆ ਪਿਆ ਹੈ। ਤੇ ਮਹਾਂਪੁਰਖ ਇੱਥੇ ਧਾਰਨਾ ਪੜ੍ਹਦੇ ਨੇ, ਆਪਾਂ ਉਹ ਧਾਰਨਾ ਪੜ੍ਹ ਕੇ ਫਿਰ ਅੱਗੇ ਸ਼ਬਦ ਦੀ ਵਿਚਾਰ ਕਰਦੇ ਹਾਂ। ਤੇ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਖਜ਼ਾਨਾ ਬਖਸ਼ਿਆ ਹੈ, ਤੇ ਇਹਨੂੰ ਖੋਲ ਕੇ ਵੇਖੀਏ ਗੁਰਮੁਖ ਪਿਆਰਿਓ। ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾਂ ਦੇ ਨਾਲ ਭਰਿਆ। ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾਂ ਦੇ ਨਾਲ ਭਰਿਆ। ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾਂ ਦੇ ਨਾਲ ਭਰਿਆ। ਦਾਦੇ ਰਤਨਾਂ ਦੇ ਨਾਲ ਭਰਿਆ। ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾਂ ਦੇ ਨਾਲ ਭਰਿਆ। ਜੋ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾਂ ਦੇ ਨਾਲ ਭਰਿਆ। ਜੋ
ਕਰੋ ਬੀਬੀਆਂ ਭੈਣਾਂ। ਮੇਰੇ ਪਿਆਰੇ ਜੀ ਰਤਨਾਂ ਦੇ ਨਾਲ ਭਰਿਆ, ਪਿਆਰੇ ਜੀ ਰਤਨਾਂ ਦੇ ਨਾਲ ਭਰਿਆ, ਜੀ ਰਤਨਾਂ ਦੇ ਨਾਲ ਭਰਿਆ, ਜੀ ਰਤਨਾਂ ਦੇ ਨਾਲ ਭਰਿਆ, ਜੀ ਰਤਨਾਂ ਤੇਰੇ ਜੀ ਰਤਨਾਂ ਦੇ ਨਾਲ ਭਰਿਆ। ਉਹ ਦਾਦੇ ਦਾ ਖਜ਼ਾਨਾ ਖੋਲ ਦੇਖਿਆ, ਸੋ ਗੁਰਮੁਖ ਪਿਆਰਿਓ, ਜੋ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤੇ ਉਹ ਦਾਦੇ ਦਾ ਖਜ਼ਾਨਾ ਭਰਿਆ ਪਿਆ ਹੈ। ਜਦੋਂ ਖੋਲ ਕੇ ਵੇਖੀਏ ਤੇ ਸਤਿਗੁਰੂ ਮਹਾਰਾਜ ਅਗਲੀ ਪੰਕਤੀ ਵਿੱਚ ਕਹਿੰਦੇ ਹਨ, ਦੱਸਦੇ ਹਨ, ਤਾਂ ਮੇਰਾ ਮਨ ਭਇਆ ਨਿਧਾਨਾ। ਜਦੋਂ ਖਜ਼ਾਨਾ ਖੋਲ ਕੇ ਵੇਖ ਲਿਆ ਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਤਾਂ ਮੇਰਾ ਜਿਹੜਾ ਮਨ ਹੈ ਉਹ ਵੀ ਗੁਰੂ ਦੇ ਸ਼ਬਦਾਂ ਦੇ ਰਤਨਾਂ ਦੇ ਨਾਲ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਮਨ ਜਿਹੜਾ ਹੈ ਉਹ ਵੀ ਗੁਰੂ ਦੇ ਸ਼ਬਦ ਰੂਪੀ ਖਜ਼ਾਨੇ ਦੇ ਨਾਲ ਭਰ ਗਿਆ। ਗੁਰੂ ਦੇ ਸ਼ਬਦ ਰੂਪੀ ਖਜ਼ਾਨੇ ਦੇ ਨਾਲ ਮਨ ਭਰ ਗਿਆ ਹੈ। ਸੋ ਗੁਰਮੁਖ ਪਿਆਰਿਓ, ਇਹ ਜਿਹੜਾ ਖਜ਼ਾਨਾ ਬਖਸ਼ਿਆ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਾਨੂੰ ਇਹਨੂੰ ਖੋਲ ਕੇ ਵੇਖਣ ਦੀ ਲੋੜ ਹੈ। ਪਰ ਖਜ਼ਾਨਾ ਬੜਾ ਵੱਡਾ ਹੈ। ਅਸੀਂ ਗੁਰਮੁਖ ਪਿਆਰੋ ਅੱਜ ਕਲਯੁਗ ਦੇ ਸਮੇਂ ਦੇ ਵਿੱਚ ਖਜ਼ਾਨਾ ਕੋਲ ਹੁੰਦੇ ਹੋਏ ਕੰਗਾਲ ਹੋਏ ਪਏ। ਕੰਗਾਲ ਕਿਵੇਂ ਆ? ਖਜ਼ਾਨਾ ਸਾਡੇ ਕੋਲ ਹੈ ਪਰ ਅਸੀਂ ਵਰਤੋਂ ਨਹੀਂ ਕਰ ਰਹੇ ਖਜ਼ਾਨੇ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਉਹਨਾਂ ਨੇ ਇੱਕ ਗੱਲ ਸੁਣਾਈ ਸੀ ਕਿਰਾ। ਉਹ ਕਹਿੰਦੇ ਵੀ ਨਾ ਕੋਈ ਬਜ਼ੁਰਗ ਸੀ, ਉਸ ਬਜ਼ੁਰਗ ਨੇ ਇੱਕ ਖਜ਼ਾਨਾ ਸੀ, ਇੱਕ ਪੇਟੀ ਸੀ, ਸੰਦੂਕ ਕਹਿ ਲਈਏ, ਉਹਦੇ ਵਿੱਚ ਬੜੇ ਰਤਨ ਲਾਲ ਹੀਰੇ ਸਨ। ਤੇ ਆਪਣੇ ਬੱਚਿਆਂ ਨੂੰ ਕਹਿ ਗਏ ਵੀ ਇਹਨੂੰ ਸਾਂਭ ਕੇ ਰੱਖਿਓ, ਬੜਾ ਕੀਮਤੀ ਹੈ ਤੇ ਬੜਾ ਕੰਮ ਦੇਵੇਗਾ ਤੁਹਾਨੂੰ, ਪਰ ਇਹਦੀ ਸੰਭਾਲ ਕਰਨੀ ਹੈ। ਉਹ ਜਿਹੜੇ ਉਹਦੇ ਬੱਚੇ ਸੀ ਬਜ਼ੁਰਗ ਦੇ, ਉਹਨਾਂ ਨੇ ਕੀ ਕੀਤਾ, ਉਹ ਖਜ਼ਾਨਾ ਜਿਹੜਾ ਸੀ ਗੁਰਮੁਖ ਪਿਆਰੋ ਕਦੇ ਖੋਲ ਕੇ ਨਹੀਂ ਵੇਖਿਆ। ਕਹਿੰਦੇ ਉਹਨਾਂ ਨੇ ਉਹਦੇ ਉੱਪਰ ਬੜਾ ਸੁੰਦਰ ਕੱਪੜਾ ਪਾ ਦਿੱਤਾ। ਸਵੇਰੇ ਸ਼ਾਮ ਨੂੰ ਧੂਪ ਦਿਖਾਉਂਦੇ ਨੇ, ਉਹਦੀ ਪਰਿਕਰਮਾ ਕਰਦੇ ਨੇ, ਉਹਨੂੰ ਨਮਸਕਾਰ ਕਰਦੇ ਨੇ ਵੀ ਸਾਡੇ ਪਿਓ ਦਾ ਖਜ਼ਾਨਾ ਹੈ, ਪਰ ਕਦੇ ਖੋਲ ਕੇ ਨਹੀਂ ਦੇਖਿਆ ਵੀ ਇਹਦੇ ਵਿੱਚ ਹੈ ਕੀ। ਕਹਿੰਦੇ ਘਰ ਦੇ ਵਿੱਚ ਬੜੀ ਗਰੀਬੀ ਆ ਗਈ ਹੈ, ਤੇ ਗਰੀਬੀ ਆ ਗਈ ਤੇ ਉਹਨਾਂ ਦਾ ਜੋ ਬਜ਼ੁਰਗ ਸੀ ਵੱਡਾ, ਉਹਦਾ ਕੋਈ ਸਾਥੀ ਸੀ, ਉਹਨੇ ਦੱਸਿਆ ਵੀ ਜਿਹੜਾ ਤੁਹਾਡੇ ਬਜ਼ੁਰਗ ਨੇ ਤੁਹਾਨੂੰ ਖਜ਼ਾਨਾ ਦਿੱਤਾ ਉਹਨੂੰ ਖੋਲ ਕੇ ਦੇਖੋ। ਤੇ ਗੁਰਮੁਖ ਪਿਆਰੇ, ਜਦੋਂ ਉਹਨਾਂ ਨੇ ਉਹ ਖਜ਼ਾਨਾ ਖੋਲਿਆ ਤੇ ਮਾਲੋ ਮਾਲ ਹੋ ਗਿਆ ਪਰਿਵਾਰ। ਸੋ ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਓ, ਖਜ਼ਾਨਾ ਕੋਲ ਹੁੰਦਿਆਂ ਕੰਗਾਲ ਹੋਏ ਬੈਠੇ ਸੀ। ਅੱਜ ਆਪਾਂ ਵੀ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਨੂੰ ਬਖਸ਼ਿਆ ਤੇ ਅਸੀਂ ਵੀ ਕੰਗਾਲ ਆ ਇਸ ਪਾਸੇ।
ਗੁਰਬਾਣੀ ਵਾਲੇ ਪਾਸਿਓਂ ਅਸੀਂ ਕੰਗਾਲ ਹੋਏ ਪਏ ਹਾਂ। ਗੁਰਬਾਣੀ ਪੜ੍ਹਨ ਨੂੰ ਸਾਡਾ ਨਹੀਂ ਮਨ ਕਰਦਾ, ਨਿਤਨੇਮ ਕਰਨ ਨੂੰ ਸਾਡਾ ਨਹੀਂ ਮਨ ਕਰਦਾ, ਸਤਸੰਗ ਦੇ ਵਿੱਚ ਬੈਠਣ ਨੂੰ ਸਾਡਾ ਨਹੀਂ ਮਨ ਕਰਦਾ। ਅਸੀਂ ਕੇਵਲ ਮੱਥਾ ਟੇਕਣ ਤੱਕ, ਪ੍ਰਕਰਮਾ ਕਰਨ ਤੱਕ, ਵਸਤਰ ਚੜਾਉਣ ਤੱਕ ਹੀ ਸੀਮਿਤ ਰਹਿ ਗਏ। ਗੁਰਮੁਖ ਪਿਆਰਿਓ, ਗੁਰਬਾਣੀ ਦੇ ਖਜ਼ਾਨੇ ਨੂੰ ਪੜ੍ਹੋ, ਇਹਨੂੰ ਗੁਰਬਾਣੀ ਦੇ ਖਜ਼ਾਨੇ ਨੂੰ ਖੋਲ ਕੇ ਦੇਖੋ ਵੀ ਇਹਦੇ ਵਿੱਚ ਲਿਖਿਆ ਕੀ ਹੈ। ਇਹਨੂੰ ਵਰਤਣ ਦੀ ਕੋਸ਼ਿਸ਼ ਕਰੋ, ਗੁਰਬਾਣੀ ਰੂਪੀ ਖਜ਼ਾਨੇ। ਤੇ ਅੱਜ ਸਮਾਂ ਇਹੋ ਜਿਹਾ ਆ ਗਿਆ ਤੇ ਗੁਰਮੁਖ ਪਿਆਰਿਓ, ਅਸੀਂ ਗੁਰਬਾਣੀ ਨੂੰ ਛੱਡ ਕੇ ਵਹਿਮਾਂ ਭਰਮਾਂ ਦੇ ਵਿੱਚ, ਪਖੰਡਾਂ ਦੇ ਵਿੱਚ ਪੈ ਗਏ ਆ। ਕਿਸੇ ਕਵੀ ਨੇ ਬੜਾ ਸੋਹਣਾ ਕੁਝ ਲਾਈਨਾਂ ਲਿਖੀਆਂ ਨੇ, ਉਹਨਾਂ ਲਾਈਨਾਂ ਨੂੰ ਆਪਾਂ ਧਾਰਨਾ ਦੇ ਵਿੱਚ ਪੜ੍ਹ ਕੇ ਫਿਰ ਅੱਗੇ ਸ਼ਬਦ ਦੀ ਵਿਆਖਿਆ ਸ਼ੁਰੂ ਕਰਦੇ ਹਾਂ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਪੜ੍ਹਦੀ ਨਾ ਬਾਣੀ ਨੂੰ, ਭਰਮਾਂ ਵਿੱਚ ਪੈ ਗਈ ਦੁਨੀਆ। ਮਾਇਆ ਦੇ ਮੋਹ ਵਿੱਚ ਫਸ ਕੇ, ਮਾਇਆ ਦੇ ਮੋਹ ਵਿੱਚ ਫਸ ਕੇ ਭੁੱਲ ਗਈ ਗੁਰਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ। ਸੱਟ ਤੇ ਬੰਦਿਆ ਮਨ ਆਈਆਂ, ਪਾਈਆਂ ਜਦ ਕਾਲ ਨੇ ਫਾਈਆਂ। ਕਿਹੜਾ ਸੁਲਝਾਊਗਾ ਫਿਰ ਉਲਝੀ ਹੋਈ ਤਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਪੜ੍ਹਦੀ ਨਾ ਬਾਣੀ ਨੂੰ। ਸੁਣਿਓ ਧਿਆਨ ਨਾਲ। ਮਾਂ ਪਿਓ ਦੀ ਸੇਵਕ ਮਾਲੈ, ਦਰ ਕੇ ਵਿੱਚ ਢੋਈ ਪਾਲੈ। ਦੋਜਕ ਦੀ ਮਿਲੇ ਨਵਾਸਾ, ਭਟਕੇ ਹੋਏ ਪ੍ਰਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ।
ਸਤਿਗੁਰ ਨੇ ਬਖਸ਼ਣਹਾਰੇ। ਗੁਰੂ ਬਖਸ਼ਣਹਾਰ ਹੈ। ਗੁਰੂ ਦੇ ਚਰਨਾਂ ਵਿੱਚ ਆਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ। ਸਤਿਗੁਰ ਨੇ ਬਖਸ਼ਣਹਾਰੇ, ਕਰ ਲੈ ਹਰ ਜਿੰਦਰਾ ਚਾਰੇ। ਨਰਕਾਂ ਦੀ ਅੱਗ ਵਿੱਚ ਨਹੀਂ ਤਾਂ ਤਰਸੇਗਾ ਪਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਕੀ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ। ਗੁਰਾਂ ਦੇ ਚਰਨੀ ਪੈ ਜਾ। ਗੁਰੂ ਦੇ ਚਰਨੀ ਪਈਏ। ਕਿਸੇ ਬੰਦੇ ਦੇ ਚਰਨੀ ਪੈਣ ਦੇ ਨਾਲ ਨਹੀਂ ਕੁਝ ਮਿਲਣਾ, ਗੁਰੂ ਹੀ ਆ ਬਖਸ਼ੇ। ਗੁਰਾਂ ਦੇ ਚਰਨੀ ਪੈ ਜਾ, ਸਤਿਗੁਰ ਦਾ ਹੋ ਕੇ ਬਹਿ ਜਾ। ਕਰੋੜਾਂ ਦੇ ਭਾਲ ਲਟਾਵੇਂ, ਰਤਨਾਂ ਦੀ ਖਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜਦੀ ਨਾ ਪਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਕੀ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ, ਪੜ੍ਹਦੀ ਨਾ ਬਾਣੀ ਨੂੰ। ਭਰਮਾਂ ਵਿੱਚ ਪੈ ਗਈ ਦੁਨੀਆ। ਸੋ ਅੱਜ ਗੁਰਮੁਖ ਪਿਆਰਿਓ, ਐਡਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਛੱਡ ਕੇ ਅਸੀਂ ਭਰਮਾਂ ਦੇ ਵਿੱਚ ਪੈ ਗਏ। ਥਾਂ ਥਾਂ ਤੇ ਭਟਕਦੇ ਫਿਰਦੇ ਹਾਂ ਵੀ ਪਤਾ ਨਹੀਂ ਇੱਥੋਂ ਵੀ ਕੁਝ ਮਿਲ ਜਾਵੇਗਾ, ਇੱਥੋਂ ਵੀ ਕੁਝ ਮਿਲ ਜਾਵੇਗਾ। ਗੁਰਮੁਖ ਪਿਆਰਿਓ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ। ਦੇਂਦੇ ਟੋਟ ਨ ਆਵਈ, ਅਗਣਤ ਭਰੇ ਭੰਡਾਰ। ਇਸ ਦਰ ਤੇ ਅਗਣਤ ਭੰਡਾਰ ਭਰੇ ਪਏ ਨੇ। ਕਿਤੇ ਗੁਰੂ ਦਾ ਹੋ ਕੇ ਵੇਖੀਏ, ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਗੁਰੂ ਬੜਾ ਬਖਸ਼ਿੰਦਾ ਹੈ, ਬਖਸ਼ਿਸ਼ ਕਰ ਦਿੰਦਾ ਹੈ। ਜਿਹੜੇ ਜੁੜ ਗਏ ਨੇ ਗੁਰੂ ਦੇ ਨਾਲ, ਗੁਰੂ ਨੇ ਬਖਸ਼ਿਸ਼ਾਂ ਕਰ ਦਿੱਤੀਆਂ। ਲੋਕ ਪਰਲੋਕ ਉਹਨਾਂ ਦੇ ਸਵਾਰ ਦਿੱਤੇ ਨੇ ਪਿਆਰੇ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਜਦੋਂ ਅਸੀਂ ਗੁਰੂ ਦੇ ਖਜ਼ਾਨੇ ਨੂੰ ਖੋਲ ਕੇ ਵੇਖਾਂਗੇ ਨਾ, ਗੁਰਬਾਣੀ ਨੂੰ ਖਜ਼ਾਨੇ ਨੂੰ ਖੋਲ ਕੇ ਵੇਖਾਂਗੇ, ਤਾਂ ਮੇਰਾ ਮਨ, ਤਾਂ ਸਾਡੇ ਮਨ ਦੇ ਵਿੱਚ ਵੀ ਗੁਰੂ ਦੇ ਸ਼ਬਦ ਰੂਪੀ ਖਜ਼ਾਨੇ ਜਿਹੜੇ ਨੇ ਉਹ ਭਰ ਜਾਣਗੇ। ਰਤਨ ਲਾਲ ਜਾ ਕਾ ਕਛੂ ਨ ਮੋਲ। ਗੁਰਬਾਣੀ ਦਾ ਇੱਕ ਇੱਕ ਸ਼ਬਦ ਰਤਨ, ਰਤਨਾਂ ਦੀ ਨਿਆਈ ਅਮੋਲਕ ਹੈ। ਆਪਾਂ ਰਾਤ ਦੀ ਇਹ ਪ੍ਰਮਾਣ ਆਇਆ ਸੀ, ਉੱਤਮ ਸ਼ਲੋਕ ਸਾਧ ਕੇ ਵਤਨ ਅਮਲੀਕ ਲਾਲ ਹੈ ਰਤਨ। ਇਹ ਰਤਨਾਂ ਦੀ ਨੇ ਅਮੋਲਕ ਨੇ। ਰਤਨ ਲਾਲ ਜਾ ਕਾ ਕਛੂ ਨਾ ਮੋਲ। ਇਹਦੀ ਕੋਈ ਕੀਮਤ ਨਹੀਂ ਦੇ ਸਕਦਾ। ਅੱਜ ਤੱਕ ਕਈ ਵਾਰੀ ਕੋਈ ਪੁੱਛਦੇ ਆ ਨਾ ਆ ਕੇ ਵੀ ਪਾਠ ਕਰਾਉਣਾ ਜੀ ਕੀ ਲੈਂਦੇ ਹੋ ਤੁਸੀਂ? ਅਸੀਂ ਵੀ ਕੀਮਤਾਂ, ਅਸੀਂ ਵੀ ਲੋਕਾਂ ਨੂੰ ਦੱਸਦੇ ਵੀ ਇੰਨੇ ਪੈਸੇ ਦੇਵਾਂਗੇ ਪਾਠ ਕਰੋ। ਮੁੱਲ ਵੇਚਣ ਵਾਲਾ ਕੰਮ ਹੋ ਗਿਆ। ਗੁਰਮੁਖ ਪਿਆਰਿਓ, ਇਹ ਗੁਰਬਾਣੀ ਨੂੰ ਕੋਈ ਮੁੱਲ ਨਹੀਂ ਖਰੀਦ ਸਕਦਾ। ਗੁਰਬਾਣੀ ਦੀ ਕੋਈ ਭੇਟਾ ਨਹੀਂ ਦੇ ਸਕਦਾ। ਸਹਿਜ ਪਾਠ ਦੀ ਜੋ ਭੇਟਾ ਹੁੰਦੀ ਹੈ, ਤਾਂ ਸਾਡੀ ਗ੍ਰੰਥੀਆਂ ਦੀ ਅਸੀਂ ਆਪਣਾ ਟਾਈਮ ਛੱਡ ਕੇ ਪਾਠ ਕਰਦੇ ਹਾਂ, ਤੇ ਉਹ ਤੁਸੀਂ, ਉਹ ਸਾਡਾ ਰੁਜ਼ਗਾਰ ਆ, ਸਾਡੇ ਬੱਚੇ ਪਲਦੇ ਜੋ ਤੁਸੀਂ ਮਾਇਆ ਦਿੰਦੇ ਆ। ਪਰ ਉਹ ਗੁਰਬਾਣੀ ਦੀ ਕੀਮਤ ਨਹੀਂ ਕੋਈ ਦੇ ਸਕਦਾ, ਗੁਰਬਾਣੀ ਦੀ ਭੇਟਾ ਨਹੀਂ ਕੋਈ ਦੇ ਸਕਦਾ। ਰਤਨ ਲਾਲ ਜਾ ਕਾ ਕਛੂ ਨਾ ਮੋਲ। ਉਹ ਅਮੋਲਕ ਹੈ, ਉਹਦਾ ਕੋਈ ਮੁੱਲ ਨਹੀਂ ਪਾ ਸਕਦਾ। ਕੋਈ ਨਹੀਂ ਅੱਜ ਤੱਕ ਜੰਮਿਆ ਵੀ ਕੋਈ ਗੁਰਬਾਣੀ ਦਾ ਮੁੱਲ ਪਾ ਦੇਵੇ। ਗੁਰਮੁਖ ਪਿਆਰਿਓ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ
ਮੀਰੀ ਪੀਰੀ ਦੇ ਮਾਲਕ ਅੰਮ੍ਰਿਤਸਰ ਸਾਹਿਬ ਦਾ ਜੰਗ ਜਿੱਤ ਕੇ ਮਹਾਰਾਜ ਜੀ ਇੱਧਰ ਨਾ ਹਰਗੋਬਿੰਦਪੁਰੇ ਵੱਲ ਆਏ ਨੇ। ਜਦੋਂ ਹਰਗੋਬਿੰਦਪੁਰੇ ਵੱਲ ਆਏ ਚੌਮਾਸਾ ਕੱਟਣ ਵਾਸਤੇ, ਚੌਮਾਸੇ ਤੋਂ ਭਾਵ 4 ਮਹੀਨਿਆਂ ਦਾ ਸਮਾਂ, ਸਾਉਣ ਦੇ ਮਹੀਨੇ ਤੋਂ ਲੈ ਕੇ ਸਾਉਣ ਭਾਦੋਂ ਅੱਸੂ ਕੱਤਾ, ਇਹ 4 ਮਹੀਨੇ ਚੌਮਾਸਿਆਂ ਦਾ ਸਮਾਂ ਕੱਟਣ ਵਾਸਤੇ ਮਹਾਰਾਜ ਜੀ ਹਰਗੋਬਿੰਦਪੁਰੇ ਵੱਲ ਆਏ। ਤੇ ਇੱਥੇ ਜਦੋਂ ਆਏ ਹਰਗੋਬਿੰਦਪੁਰੇ ਦਾ ਜੰਗ ਹੋਇਆ, ਉੱਥੇ ਸਥਾਨ ਬਣਿਆ ਹੋਇਆ। ਇੱਧਰ ਚੌਂਕ ਮਹਿਤਾ ਬਾਬੇ ਬਕਾਲੇ ਇਸ ਸਾਈਡ ਤੇ ਪੈ ਜਾਂਦਾ ਹੈ ਹਰਗੋਬਿੰਦਪੁਰਾ। ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਚੌਮਾਸਾ ਕੱਟਣ ਵਾਸਤੇ ਆਏ ਤੇ ਉੱਥੇ ਇੱਕ ਭਗਵਾਨ ਦਾਸ ਘੇਰਣ ਨਾਮ ਦਾ ਕੋਈ ਰਹਿੰਦਾ ਸੀ ਤੇ ਉਹ ਗੁਰੂ ਸਾਹਿਬ ਨੂੰ ਉੱਥੇ ਬੈਠਣ ਨਾ ਦੇਵੇ, ਰਹਿਣ ਨਾ ਦੇਵੇ। ਗੁਰੂ ਸਾਹਿਬ ਨੇ ਕਿਹਾ, ਸਮਝਾਇਆ ਵੀ ਭਾਈ ਅਸੀਂ ਇੱਥੇ ਕੋਈ ਜ਼ਿਆਦਾ ਸਮਾਂ ਨਹੀਂ ਰਹਿਣਾ, ਥੋੜਾ ਜਿਹਾ ਸਮਾਂ ਰੁਕਾਂਗੇ, ਚਲੇ ਜਾਵਾਂਗੇ ਚੌਮਾਸਾ ਕੱਟ ਕੇ। ਤੇ ਉਹ ਕੁਝ ਨਾ ਕੁਝ ਬੋਲੀ ਜਾਵੇ। ਗੁਰੂ ਸਾਹਿਬ ਇੱਕ ਦਿਨ ਚੁੱਪ ਰਹੇ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ। ਦੂਸਰੇ ਦਿਨ ਫੇਰ ਬੋਲਣ ਲੱਗ ਗਿਆ, ਗੁਰੂ ਸਾਹਿਬ ਨੇ ਫੇਰ ਸਮਝਾਇਆ। ਤੀਸਰੇ ਦਿਨ ਫੇਰ ਉਹ ਗੁਰੂ ਨਾਨਕ ਸਾਹਿਬ ਨੂੰ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਭੈੜੇ ਭੈੜੇ ਸ਼ਬਦ ਬੋਲਣ ਲੱਗ ਗਿਆ। ਆਪ ਸ਼ਬਦ ਬੋਲਦਾ ਸੀ। ਉਸ ਸਮੇਂ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਨ ਨੇ ਪਹਿਲਾਂ ਪਿਆਰ ਨਾਲ ਸਮਝਾਇਆ, ਫਿਰ ਸਿੱਖਾਂ ਨੂੰ ਕਿਹਾ ਵੀ ਸਿਰ ਤੇ ਜੁੱਤੀਆਂ ਮਾਰੋ। ਇਹ ਗੁਰੂ ਸਾਹਿਬ ਨੂੰ ਗਲਤ ਬੋਲਦਾ, ਵੱਡਿਆਂ ਨੂੰ ਗਲਤ ਬੋਲਦਾ। ਗੁਰ ਕੀ ਨਿੰਦਾ ਸੁਣੇ ਨਾ ਕਾਨ। ਕਦੇ ਵੀ ਗੁਰੂ ਦੀ ਨਿੰਦਿਆ, ਜਿਹੜਾ ਗੁਰੂ ਦਾ ਅਸਲੀ ਸਿੱਖ ਉਹ ਗੁਰੂ ਦੀ ਨਿੰਦਿਆ ਨਹੀਂ ਸੁਣਦਾ। ਤੇ ਗੁਰਮੁਖ ਪਿਆਰਿਆਂ ਨੂੰ ਸਤਿਗੁਰੂ ਕਿਵੇਂ ਵੱਡੇ ਸਤਿਗੁਰਾਂ ਦੀ ਨਿੰਦਿਆ ਸੁਣ ਲੈਂਦੇ, ਜਾਂ ਕੋਈ ਸ਼ਬਦ ਗਲਤ ਬੋਲਦੇ, ਸਾਡੇ ਪਿਓ ਨੂੰ ਕੋਈ ਗਲਤ ਬੋਲਦੇ, ਅਸੀਂ ਮਰਨ ਮਰਾਉਣ ਤੱਕ ਹੋ ਜਾਂਦੇ। ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਜਦੋਂ ਵੱਡੇ ਸਤਿਗੁਰਾਂ ਨੂੰ ਬੋਲਿਆ, ਗੁਰੂ ਸਾਹਿਬ ਕਹਿਣ ਲੱਗੇ ਜੁੱਤੀਆਂ ਮਾਰੋ ਸਿਰ ਤੇ ਸਿੰਘਾਂ ਨੇ ਗੁਰਮੁਖ ਪਿਆਰੇ ਇੰਨੀਆਂ ਜੁੱਤੀਆਂ ਮਾਰੀਆਂ, ਭਗਵਾਨ ਦਾ ਘੇਰਣ ਦੀ ਮੌਤ ਹੋ ਗਈ। ਤੇ ਕਹਿੰਦੇ ਬੜਾ ਉੱਚੀ ਬਰਲਾਪ ਕਰੇ, ਚੀਕਾਂ ਮਾਰੇ, ਭਗਵਾਨ ਦਾ ਘੇਰਣ ਦੀ ਮੌਤ ਹੋ ਗਈ। ਇਹਦਾ ਪੁੱਤਰ ਸੀ ਭਗਵਾਨ ਦਾ ਘੇਰਣ ਦਾ ਰਤਨ ਚੰਦ। ਇਹ ਰਤਨ ਚੰਦ ਜਿਹੜਾ ਸੀ ਪਿਰਥੀ ਚੰਦ ਦੇ ਪੁੱਤਰ ਕਰਮ ਚੰਦ ਦੇ ਨਾਲ ਇਹਦੀ ਸੁਲ੍ਹਾ ਸੀ। ਤੇ ਉਹਨੂੰ ਨਾਲ ਲੈ ਕੇ ਜਲੰਧਰ ਦਾ ਸੂਬਾ ਅਬਦੁਲ ਖਾਨ 15,000 ਫੌਜ ਲੈ ਕੇ ਚੜਾ ਕੇ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਲਿਆਇਆ। ਤੇ ਇੱਥੇ ਗੁਰਮੁਖ ਪਿਆਰਿਓ ਬੜਾ ਭਾਰੀ ਜੰਗ ਹੋਇਆ। ਗੁਰੂ ਸਾਹਿਬ ਦੇ ਨਾਲ ਥੋੜੀ ਫੌਜ ਸੀ, ਬੜਾ ਡਟ ਕੇ ਮੁਕਾਬਲਾ ਕੀਤਾ। ਭਗਵਾਨ ਦਾ ਘੇਰੜ ਦਾ ਪੁੱਤਰ ਕਰਮ ਚੰਦ ਤੇ ਪਿਰਥੀ ਚੰਦ ਦਾ ਪੁੱਤਰ ਰਤਨ ਚੰਦ ਜਿਹੜਾ ਸੀ ਤੇ ਅਬਦੁਲ ਖਾਨ, ਇਹ ਵੀ ਮਾਰੇ ਗਏ। ਉਹਨਾਂ ਦੇ ਵੱਡੇ ਵੱਡੇ ਜਰਨੈਲ ਜਿਹੜੇ ਸੀ ਉਹ ਮਾਰ ਦਿੱਤੇ। ਜਦੋਂ ਮਾਰੇ ਗਏ ਤੇ ਉਹਨਾਂ ਨੂੰ ਸਾਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਫਿਰ ਇੱਕ ਥਾਂ ਤੇ ਦਫਨਾ ਦਿੱਤਾ। ਉਹ ਇੱਕ ਥਾਂ ਤੇ ਇਕੱਠੇ ਦਫਨਾ ਕੇ ਤੇ ਉੱਥੇ ਮਹਾਰਾਜ ਨੇ ਇੱਕ ਥੜਾ ਬਣਵਾ ਦਿੱਤਾ। ਥੜਾ ਬਣਵਾਇਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ, ਭਾਈ ਕੋਈ ਹੈ ਸਿੱਖ ਜਿਹਦੇ ਮੂੰਹ ਜ਼ਬਾਨੀ ਕੰਠ ਹੋਵੇ ਜਪਜੀ ਸਾਹਿਬ ਜੀ ਦਾ ਪਾਠ, ਸੁੱਧ ਪਾਠ ਸੁਣਾਵੇ ਕੋਈ ਜਪਜੀ ਸਾਹਿਬ ਜੀ ਦਾ ਲਗਾ ਮਾਤਰਾ ਸੋਧ ਕੇ। ਉਸ ਸਮੇਂ ਫਿਰ ਲਗਾ ਮਾਤਰਾ ਸੋਧ ਕੇ ਭਾਈ ਗੋਪਾਲਾ ਜੀ ਹਾਫਜ਼ਾਬਾਦ ਦਾ ਸੀ ਰਹਿਣ ਵਾਲਾ ਭਾਈ ਗੋਪਾਲਾ, ਗਲ 'ਚ ਪੱਲਾ ਪਾਇਆ, ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਿੱਖ ਹਾਜ਼ਰ ਹੈ, ਮਹਾਰਾਜ ਤੁਹਾਡੀ ਕਿਰਪਾ ਹੋਵੇ ਤੇ ਦਾਸ ਆਪ ਜੀ ਨੂੰ ਸੁੱਧ ਪਾਠ ਸੁਣਾਵੇ, ਤੁਹਾਡੀ ਕਿਰਪਾ ਨਾਲ। ਉਸ ਸਮੇਂ ਭਾਈ ਗੋਪਾਲਾ ਜੀ ਨੇ ਲਗਾ ਮਾਤਰਾ ਦੇ ਸਹਿਤ ਇੱਕ ਇੱਕ ਅੱਖਰ ਸੋਧ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਜਪਜੀ ਸਾਹਿਬ ਜੀ ਦਾ ਪਾਠ ਸੁਣਾਇਆ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਾਰੇ ਬੜੇ ਖੁਸ਼ ਹੋਏ। ਦੇਖੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਾਰੇ ਬਾਣੀ ਸੁਣਿਆ ਤੇ ਜਦੋਂ ਸ਼ਲੋਕ ਪੜ੍ਹਨ ਲੱਗਿਆ ਨਾ, ਮਹਾਰਾਜ ਸੋਚਦੇ ਨੇ ਵੀ ਇਹਨੂੰ ਕੀ ਦਈਏ, ਵੀ ਇਹਨੇ ਇੰਨਾ ਸੁੱਧ ਪਾਠ ਸੁਣਾਇਆ, ਬਾਣੀ ਸੁਣਾਈ, ਇਹਨੂੰ ਭੇਟਾ ਕੀ ਇਹਨੂੰ ਦਈਏ ਇਹਨੂੰ। ਮਹਾਰਾਜ ਕਹਿੰਦੇ ਵੀ ਜਿਹੜਾ ਹੋਰ ਚੀਜ਼ਾਂ ਨੇ ਧਨ ਦੌਲਤ ਨਾਸਵਾਨ, ਕਿਉਂ ਨਾ ਇਹਨੂੰ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣਾ ਦਈਏ। ਇੰਨੇ ਖੁਸ਼ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਸੁੱਧ ਪਾਠ ਸੁਣ ਕੇ। ਜਦੋਂ ਮਹਾਰਾਜ ਥੋੜਾ ਜਿਹਾ ਆਸਣ ਤੋਂ ਹਿੱਲਣ ਲੱਗੇ ਨਾ, ਭਾਈ ਗੋਪਾਲਾ ਜੀ ਸ਼ਲੋਕ ਪੜ੍ਹਦੇ ਸੀ, ਪਵਨ ਗੁਰੂ ਪਾਣੀ ਪਿਤਾਲਾ। ਮਨ ਚ ਆਇਆ ਵੀ ਗੁਰੂ ਸਾਹਿਬ ਨੂੰ ਮੈਂ ਬਾਣੀ ਸੁਣਾਈ ਹੈ, ਵੀ ਮੈਨੂੰ ਕੁਝ ਦਿੱਤਾ ਨਹੀਂ ਮਹਾਰਾਜ ਨੇ,
ਇੱਕ ਭਾਈ ਸੁਭਾਗਾ ਨਾਮ ਦਾ ਗੁਰੂ ਦਾ ਸਿੱਖ ਸੀ। ਉਹ ਘੋੜੇ ਲੈ ਕੇ ਆਇਆ ਸੀ, ਬੜੇ ਸੁੰਦਰ ਘੋੜੇ ਸੀ, ਸੋਨੇ ਦੀਆਂ ਕਾਠੀਆਂ ਪਾਈਆਂ ਹੋਈਆਂ ਸਨ ਉਹਨਾਂ ਦੇ ਘੋੜੇ ਦੇ। ਕਹਿਣ ਲੱਗਿਆ ਤਬੇਲੇ ਦੇ ਵਿੱਚ ਇੱਕ ਘੋੜਾ ਖੜਾ, ਕਿਤੇ ਮੈਨੂੰ ਉਹ ਘੋੜਾ ਮੈਨੂੰ ਦੇ ਦੇਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ। ਤੇ ਗੁਰਮੁਖ ਪਿਆਰ ਹੁਣ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਸੰਦ। ਸਾਡੇ ਸਭ ਦੇ ਦਿਲਾਂ ਦਾ ਜਾਣਨ ਵਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦੇ ਮਨ ਦੀ ਬੁੱਝ ਗਏ ਉਸ ਸਮੇਂ ਭਾਈ ਗੋਪਾਲੇ ਦੇ। ਮਹਾਰਾਜ ਫਿਰ ਆਸਣ ਤੇ ਠੀਕ ਹੋ ਕੇ ਬਹਿ ਗਏ, ਪਾਠ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਗੋਪਾਲਿਆ, ਜੇ ਕਿਤੇ ਉਸੇ ਤਰ੍ਹਾਂ ਸ਼ਲੋਕ ਵੀ ਨਾ ਪੜ੍ਹ ਦਿੰਦਾ ਜਿਵੇਂ ਸਾਰਾ ਜਪਜੀ ਸਾਹਿਬ ਦਾ ਪਾਠ ਕੀਤਾ ਸੀ, ਤੇ ਅੱਜ ਤੈਨੂੰ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣਾ ਦੇਣਾ ਸੀ। ਚਲੋ ਠੀਕ ਹੈ ਵੀ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਆ, ਇਹ ਗੁਰਿਆਈ ਵੀ ਜਿਹਦੇ ਕੋਲ ਜਾਣੀ ਆ ਉੱਥੇ ਰਹਿਣੀ ਆ। ਹੁਣ ਤੇਰੀ ਇੱਛਾ ਮੈਨੂੰ ਘੋੜਾ ਚਾਹੀਦਾ ਸੀ, ਜਾਓ ਕਬੇਲੇ 'ਚ ਖੜਾ ਘੋੜਾ, ਸੋਨੇ ਦੀ ਕਾਠੀ ਪਾਈ, ਹੋਰ ਵੀ ਧਨ ਦੌਲਤ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖ ਪਿਆਰਿਓ ਭਾਈ ਗੋਪਾਲੇ ਨੂੰ ਦੇ ਕੇ ਨਵਾਜਿਆ। ਵੇਖੋ ਗੁਰਬਾਣੀ ਦਾ ਸੁੱਧ ਪਾਠ ਕਰਨ ਵਾਸਤੇ ਗੁਰੂ ਨਾਨਕ ਦੀ ਗੱਦੀ ਬਖਸ਼ਿਸ਼ ਕਰ ਰਹੇ ਸਨ। ਕਹਿੰਦੇ ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ, ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਪਾਠ ਦੀ ਕੋਈ ਕੀਮਤ ਨਹੀਂ ਦੇ ਸਕਦਾ। ਅੱਜ ਅਸੀਂ ਮੁੱਲ ਪਾਉਂਦੇ ਫਿਰਦੇ ਹਾਂ ਗੁਰਬਾਣੀ ਦਾ, ਤੇ ਗੁਰਮੁਖ ਪਿਆਰਿਓ ਗੁਰਬਾਣੀ ਜਿਹੜੀ ਆ ਰਤਨ ਲਾਲ ਜਾ ਕਾ ਪਸ਼ੂ ਨਾ ਬੋਲ, ਇਸ ਗੁਰਬਾਣੀ ਦੀ ਕੋਈ ਕੀਮਤ ਨਹੀਂ ਦੇ ਸਕਦਾ। ਇਹ ਆ ਗੁਰਮੁਖ ਪਿਆਰਿਓ ਅਮੋਲਕ ਖਜ਼ਾਨਾ ਹੈ, ਅਖੁੱਟ ਖਜ਼ਾਨਾ ਹੈ। ਇਸ ਕਰਕੇ ਗੁਰਬਾਣੀ ਅਮੋਲਕ ਹੈ। ਇਹਨੂੰ ਭਾਵਨਾ ਦੇ ਨਾਲ ਪੜ੍ਹੀਏ ਤੇ ਪੜ੍ਹ ਕੇ ਇਹਨੂੰ ਗੁਰਮੁਖ ਪਿਆਰਿਓ, ਪਹਿਲੀ ਗੱਲ ਤਾਂ ਸਾਨੂੰ ਪਾਠ ਆਪ ਕਰਨਾ ਚਾਹੀਦਾ। ਸਹਿਜ ਪਾਠ ਆਪ ਕਰੋ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਨਹੀਂ ਕਰ ਸਕਦੇ ਕੋਈ ਸੁੱਧ ਪਾਠ ਕਰਨ ਵਾਲਾ, ਉਹ ਤੋਂ ਸੁਣੋ। ਪਾਠ ਸੁਣਨਾ ਚਾਹੀਦਾ, ਗੁਰਬਾਣੀ ਸੁਣਨੀ ਚਾਹੀਦੀ ਹੈ। ਜੇ ਅਸੀਂ ਆਪ ਨਹੀਂ ਪੜ੍ਹ ਸਕਦੇ ਫਿਰ ਉਹਦੀ ਜਿੰਨੀ ਕੁ ਉਹਦਾ ਗੁਜ਼ਾਰੇ ਵਾਸਤੇ ਜਿੰਨੀ ਕੁ ਉਹਨੂੰ ਮਾਇਆ ਦੇ ਸਕਦੇ ਆ ਪਾਠ ਕਰਨ ਵਾਲੇ ਨੂੰ, ਉਹ ਦੇਵੋ। ਸੋ ਇਸ ਕਰਕੇ ਭਾਈ ਪਹਿਲੀ ਗੱਲ ਪਾਠ ਆਪ ਕਰੋ, ਨਹੀਂ ਕਰ ਸਕਦੇ ਤਾਂ ਬਾਣੀ ਸੁਣੋ, ਇਹ ਜ਼ਰੂਰੀ ਬੇਨਤੀ ਹੈ। ਸੋ ਰਤਨ ਲਾਲ ਜਾ ਕਾ ਕਛੂ ਨਾ ਬੋਲ, ਇਹ ਪੰਕਤੀ ਦੀ ਆਪਾਂ ਵਿਆਖਿਆ ਕੀਤੀ ਹੈ ਵੀ ਇਸ ਗੁਰਬਾਣੀ ਦਾ ਇੱਕ ਇੱਕ ਅੱਖਰ ਰਤਨ ਅਮੋਲਕਾਂ ਦੀ ਨਿਆਈ ਹੈ, ਤੇ ਗੁਰਮੁਖ ਪਿਆਰੋ ਇਹਦੀ ਕੋਈ ਕੀਮਤ ਨਹੀਂ ਦੇ ਸਕਦਾ। ਭਰੇ ਭੰਡਾਰ ਅਖੂਟ ਅਤੋਲ। ਅਖੂਟ ਦਾ ਮਤਲਬ ਹੁੰਦਾ ਅਖੁੱਟ, ਨਾ ਮੁੱਕਣ ਵਾਲੀ ਚੀਜ਼। ਭਰੇ ਭੰਡਾਰੇ ਭਰੇ ਪਏ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਇੱਕ ਸ਼ਬਦ। ਤੇ ਗੁਰਮੁਖ ਪਿਆਰੇ ਇੱਕ ਸ਼ਬਦ ਦੀ ਇੱਕ ਅੱਖਰ ਦੀ ਵਿਆਖਿਆ ਕਰਨੀ ਹੋਵੇ ਕਈ ਕਈ ਦਿਨ ਲੱਗ ਜਾਂਦੇ। ਇਸ ਕਰਕੇ ਭੰਡਾਰੇ ਜਿਹੜੇ ਨੇ ਨਾਮ ਦੇ ਬਾਣੀ ਦੇ, ਉਹ ਵਾਹਿਗੁਰੂ ਧੰਨ ਗੁਰੂ ਸੱਚੇ ਪਾਤਸ਼ਾਹ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੇ ਹੋਏ ਨੇ, ਭਰੇ ਪਏ ਹਨ। ਖਾਵੈ ਖਰਚ ਹੈ ਰਲ ਮਿਲ ਭਾਈ। ਇਹ ਜਿਹੜੀ ਗੁਰਬਾਣੀ ਦਾ ਖਜ਼ਾਨਾ ਹੈ, ਖਾਵੈ ਹੈ ਖਰਚ ਹੈ, ਇਹ ਸਾਨੂੰ ਰਲ ਕੇ ਖਾਣਾ ਚਾਹੀਦਾ ਤੇ ਰਲ ਕੇ ਖਰਚਣਾ ਚਾਹੀਦਾ। ਖਾਵਾ ਖਰਚਾ ਰਲ ਮਿਲ ਭਾਈ। ਹੁਣ ਆਪਾਂ ਗੁਰਬਾਣੀ ਦਾ ਜਿਹੜਾ ਖਜ਼ਾਨਾ ਇਹਨੂੰ ਵਰਤ ਰਹੇ ਹਾਂ, ਸਾਰੇ ਰਲ ਕੇ ਵਰਤ ਰਹੇ ਹਾਂ। ਮੈਂ ਸੁਣਾ ਰਿਹਾ ਤੇ ਤੁਸੀਂ ਸਾਰੇ ਸੁਣ ਰਹੇ ਹੋ, ਪਰ ਇੱਕੋ ਹੀ ਫਲ ਇੱਕੋ ਹੀ ਹੈ। ਜਿੰਨਾ ਮੈਨੂੰ ਸੁਣਾਉਣ ਦਾ ਤੇ ਉਨਾ ਹੀ ਤੁਹਾਨੂੰ ਸੁਣਨ ਦਾ ਹੈ। ਪਰ ਸੁਣਨ ਵਾਲੇ ਵੱਡੇ ਹੁੰਦੇ ਨੇ ਸੁਣਾਉਣ ਵਾਲੇ ਤੋਂ, ਕਿਉਂਕਿ ਆਪਾਂ ਪੜ੍ਹਦੇ ਨੇ ਸੁਣਤੇ ਪੁਨੀਤ ਕਹਤੇ ਪਵਿੱਤਰ। ਸੁਣਨ ਵਾਲੇ ਪੁਨੀਤ ਨੇ ਤੇ ਕਹਿਣ ਵਾਲੇ ਪਵਿੱਤਰ ਨੇ। ਤਿੰਨ ਵਾਰੀ ਪਵਿੱਤਰ ਕਹਾਂਗੇ ਤਾਂ ਇੱਕ ਪੁਨੀਤ ਬਣਦਾ। ਸੁਖਮਨੀ ਸਾਹਿਬ ਵਿੱਚ ਪੜ੍ਹਦੇ ਨਾ ਪਵਿੱਤਰ 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 ਪੁਨੀਤ। ਤਿੰਨ ਵਾਰੀ ਪਵਿੱਤਰ ਕਹਿਣ ਨਾਲ ਇੱਕ ਪੁਨੀਤ ਬਣਦਾ। ਸੁਣ ਤੇ ਪੁਨੀਤ, ਸੁਣਨ ਵਾਲੇ ਪੁਨੀਤ ਨੇ, ਕਹਿਣ ਵਾਲੇ ਪਵਿੱਤਰ ਨੇ। ਇਸ ਕਰਕੇ ਭਾਈ ਸੁਣਨਾ ਵੀ ਬੜਾ ਵੱਡਾ ਹੈ। ਸੁਣ ਵੀ ਹਰ ਕੋਈ ਨਹੀਂ ਸਕਦਾ, ਇਹ ਵੀ ਕਿਸੇ ਕਿਸੇ ਤੇ ਹੁੰਦੀ ਆ। ਗੱਲਾਂ ਆਪਾਂ ਕੋਈ ਬਾਹਰ ਕਰਦਾ ਹੋਵੇ, ਕਹਿੰਦਾ ਮੇਰੀ ਸੁਣੋ ਮੇਰੀ ਸੁਣੋ। ਸੁਣਾਉਣ ਵਾਲੇ ਬੜੇ, ਸੁਣਨ ਵਾਲਾ ਕੋਈ ਹੁੰਦਾ। ਇਸ ਕਰਕੇ ਪਿਆਰੇ ਸੁਣਾਉਣ ਵਾਲੇ ਬੜੇ ਨੇ ਤੇ ਸੁਣਨ ਵਾਲੇ ਘੱਟ ਨੇ। ਔਰ ਅੱਜ ਦਾ ਸਮਾਂ ਇਹ ਬਣ ਗਿਆ ਵੀ ਸੁਣਾਉਣ ਵਾਲਿਆਂ ਦੀ ਕਮੀ ਨਹੀਂ, ਸੁਣਨ ਵਾਲਿਆਂ ਦੀ ਵੀ ਕਮੀ ਨਹੀਂ, ਪੜ੍ਹਨ ਵਾਲਿਆਂ ਦੀ ਕਮੀ ਨਹੀਂ, ਪੜ੍ਹਾਉਣ ਵਾਲਿਆਂ ਦੀ ਕਮੀ ਨਹੀਂ। ਪਰ ਜੇ ਗੱਲ ਆ ਕਮੀ ਆ ਤਾਂ ਮੰਨਣ ਵਾਲਿਆਂ ਦੀ। ਅੱਜ ਕਮੀ ਮੰਨਣ ਵਾਲਿਆਂ ਦੀ ਆ। ਭਾਈ ਗੁਰਬਾਣੀ ਨੂੰ ਪੜ੍ਹ ਸੁਣ ਕੇ ਮੰਨੀਏ ਤੇ ਇਹਨੂੰ ਜ਼ਿੰਦਗੀ ਦੇ ਵਿੱਚ ਕਮਾਈਏ। ਇੱਕ ਇੱਕ ਵਚਨ ਆਪਾਂ ਨਾ ਜਿਵੇਂ ਹਫ਼ਤੇ ਬਾਅਦ ਆਉਂਦੇ, ਇੱਕ ਵਚਨ ਹੀ ਗੁਰੂ ਸਾਹਿਬ ਦਾ ਆਪਾਂ ਮੰਨਣ ਲੱਗ ਜਾਈਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬੇਅੰਤ ਖੁਸ਼ੀਆਂ ਹੋ ਜਾਂਦੀਆਂ।
ਗੁਰੂ ਘਰ ਨੇ ਇੱਕ ਔਗਣ ਛੱਡ ਕੇ ਜਾਈਏ ਵੀ ਆ ਮੇਰੇ ਹਰ ਇੱਕ ਨੂੰ ਆਪਣੇ ਆਪ ਨੂੰ ਤਾਂ ਪਤਾ ਹੀ ਹੈ ਵੀ ਮੈਂ ਕੀ ਗਲਤੀ ਕਰਦਾ। ਗੁਰੂ ਨੂੰ ਤਾਂ ਪਤਾ ਹੀ ਹੈ, ਗੁਰੂ ਤੋਂ ਤਾਂ ਲੁਕੋ ਨਹੀਂ ਨਾ ਸਕਦੇ। ਇੱਕ ਮੇਰੇ ਤੇਰੇ ਅਰਥ ਤੋਂ ਆਪਾਂ ਇੱਕ ਦੂਜੇ ਤੋਂ ਲੁਕੋ ਸਕਦੇ ਆ, ਪਰ ਗੁਰੂ ਦੇ ਸਾਹਮਣੇ ਤਾਂ ਆਪਾਂ ਪਤਾ ਹੀ ਹੈ ਵੀ ਸਾਡੇ ਅੰਦਰ ਕੀ ਚੱਲਦਾ। ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਇੱਕ ਇੱਕ ਔਗਣ ਛੱਡ ਕੇ ਜਾਈਏ। ਕੋਈ ਚੁਗਲੀ ਕਰਦਾ, ਕੋਈ ਨਿੰਦਿਆ ਕਰਦਾ, ਕੋਈ ਨਸ਼ਾ ਕਰਦਾ, ਕੋਈ ਕਿਸੇ ਨੂੰ ਵੀ ਕਿਸ ਤਰ੍ਹਾਂ ਦਾ ਕੋਈ ਐਬ ਆ ਗੁਰਮੁਖ ਪਿਆਰਿਓ, ਗੁਨਾਹ ਛੱਡੀਏ, ਗੁਨਾਹ ਨੂੰ ਧਾਰਨ ਕਰੀਏ, ਔਗਣ ਛੱਡੀਏ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਾਂ ਬਾਣੀ ਦੀ ਵਿਆਖਿਆ ਕਰੇ, ਰਤਨ ਲਾਲ ਜਾਗਤ ਕਛੂ ਨਾ ਮੋਲ, ਭਰੇ ਭੰਡਾਰ ਅਕੂਟ ਅਤੋਲ, ਖਾਵਹਿ ਖਰਚਾ ਰਲ ਮਿਲ ਭਾਈ। ਜੇ ਆਪਾਂ ਇਹਨੂੰ ਰਲ ਮਿਲ ਕੇ ਖਰਚਾਂਗੇ, ਗੁਰਬਾਣੀ ਦੀ ਵਿਆਖਿਆ ਕਰਾਂਗੇ ਰਲ ਮਿਲ ਕੇ ਬੈਠ ਕੇ, ਤਾਂ ਗੁਰਮੁਖ ਪਿਆਰਿਓ ਖਾਵਹਿ ਖਰਚਾ ਰਲ ਮਿਲ ਭਾਈ। ਅਗਲੀ ਪੰਗਤੀ ਵਿੱਚ ਗੁਰੂ ਸਾਹਿਬ ਜੀ ਦੱਸਦੇ ਹਨ, ਟੋਟ ਨ ਆਵੈ ਬਦ ਦੋ ਜਾਈ। ਇਸ ਖਜ਼ਾਨੇ ਦੇ ਵਿੱਚ ਘਾਟਾ ਨਹੀਂ ਪਵੇਗਾ, ਟੋਟ ਨਹੀਂ ਪਵੇਗੀ। ਦੇਖੋ ਹੁਣ ਮੈਂ ਵਿਆਖਿਆ ਕੱਲ ਵੀ ਕੀਤੀ, ਅੱਜ ਵੀ ਕਰ ਮੈਨੂੰ ਹੋਰ ਗਿਆਨ ਆਉਂਦਾ। ਜਿੰਨੇ ਵਾਰੀ ਮੈਂ ਵਿਆਖਿਆ ਕਰੂੰਗਾ ਮੈਨੂੰ ਹੋਰ ਗਿਆਨ ਆਵੇਗਾ, ਮੇਰੇ ਗਿਆਨ ਦੇ ਵਿੱਚ ਹੋਰ ਵਾਧਾ ਹੋ ਜਾਵੇਗਾ। ਕਿੰਨੇ ਸਾਲ ਹੋ ਗਏ ਮੈਨੂੰ ਇੱਥੇ ਸਟੇਜ ਤੇ ਬੈਠ ਕੇ ਕਥਾ ਕੀਰਤਨ ਕਰ ਦਿੰਦਾ। ਹੁਣ ਜਿਸ ਦਿਨ ਮੈਂ ਪਹਿਲੇ ਦਿਨ ਆ ਕੇ ਸ਼ੁਰੂ ਕੀਤਾ, ਤੁਹਾਨੂੰ ਪਤਾ ਹੀ ਆਪਣਾ ਕੀਰਤਨ ਵੀ ਨਹੀਂ ਕਰਨਾ ਆਉਂਦਾ ਸੀ, ਕਿਉਂਕਿ ਮੈਂ ਪਹਿਲਾਂ ਤਾਂ ਕੀਰਤਨ ਹੀ ਕਰਦਾ ਸੀ। ਮੈਂ ਇੰਡੀਆ ਵੀ ਕਰਨੀ ਕਥਾ ਹੀ ਕਰਦਾ ਹੁੰਦਾ ਸੀ ਕੀਰਤਨ। ਮੈਂ ਇੱਥੇ ਆ ਕੇ ਜਾਂ ਬਾਬਾ ਜਸਵੰਤ ਸਿੰਘ ਜੀ ਦੀ ਕਿਰਪਾ ਹੋਈ ਹੈ, ਉਹਨਾਂ ਨੇ ਸੁਰਾਂ ਦੱਸੀਆਂ ਤੇ ਮੈਂ ਕਰਨ ਲੱਗ ਗਿਆ। ਇਸ ਕਰਕੇ ਪਿਆਰਿਓ, ਜਿਉਂ-ਜਿਉਂ ਅਸੀਂ ਖਜ਼ਾਨੇ ਨੂੰ ਵੰਡਾਂਗੇ, ਵਿਆਖਿਆ ਕਰਾਂਗੇ, ਤਾਂ ਸਾਨੂੰ ਗਿਆਨ ਆਵੇਗਾ। ਤਕਰੀਬਨ ਮੈਂ 2001 ਦੇ ਵਿੱਚ ਸੰਥਿਆ ਕਰੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ। ਹੁਣ ਤੱਕ ਤਕਰੀਬਨ ਮੈਂ 34 ਪਾਠੀ ਬਣਾ ਚੁੱਕਾ। ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਸੰਥਿਆ ਕਰਾ ਦਿੱਤੀ। 34 ਪਾਠੀਆਂ ਨੂੰ ਪੂਰੀ ਗੁਰੂ ਗ੍ਰੰਥ ਸਾਹਿਬ ਸੰਥਿਆ ਕਰਾ ਦਿੱਤੀ। ਪਰ ਉਹ 34 ਨੂੰ ਸੰਥਿਆ ਕਰਾਉਣ ਦੇ ਵਿੱਚ ਮੈਨੂੰ ਬੜਾ ਵੱਡਾ ਖਜ਼ਾਨਾ ਪ੍ਰਾਪਤ ਹੋ ਗਿਆ। ਆਪਦੀ ਬਹੁਤ ਸੁਧਾਈ ਹੋ ਜਾਂਦੀ ਹੈ ਬਾਣੀ, ਪਰ ਅਜੇ ਸੁੱਧ ਮੈਨੂੰ ਵੀ ਪੜ੍ਹਨਾ ਨਹੀਂ ਆਉਂਦਾ। ਜੇ ਮੈਂ ਕਹਾਂ ਮੈਂ ਪੂਰਾ ਸੁੱਧ ਪੜ੍ਹਨ ਲੱਗ ਗਿਆ, ਇਹਨੂੰ ਸੁੱਧ ਨਹੀਂ ਕੋਈ ਪੜ੍ਹ ਸਕਦਾ। ਲਿਖਿਆ ਹੀ ਸੁੱਧ ਗਿਆ। ਕੋਸ਼ਿਸ਼ ਕਰਨੀ ਚਾਹੀਦੀ ਹੈ ਸੁੱਧ ਪੜ੍ਹਨ ਦੀ। ਵੀ ਮਹਾਰਾਜ ਜੀ ਮੂਹਰੇ ਇਹੀ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਤੁਸੀਂ ਸੁੱਧ ਕਰਵਾਉਣ ਵਾਲੇ। ਮੇਰਾ ਕਹਿਣ ਤੋਂ ਭਾਵ ਇਹ ਨਹੀਂ ਹੈ ਵੀ ਮੈਨੂੰ ਜ਼ਿਆਦਾ ਪੜ੍ਹਨਾ ਆਉਂਦਾ, ਮੈਨੂੰ ਜ਼ਿਆਦਾ ਪੜ੍ਹਾਤੇ। ਭਲੀ ਤੋਂ ਭਲੇ ਬੈਠੇ ਨੇ ਦੁਨੀਆ ਦੇ ਵਿੱਚ ਲੋਕ, ਇੱਕ ਤੋਂ ਇੱਕ ਚੜ੍ਹੰਦੀਆਂ, ਕੌਣ ਜਾਣੇ ਤੇਰਾ ਨਾਉ ਜੀਓ। ਬੜੇ ਨੇ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਹਜ਼ਾਰਾਂ ਪਾਠੀ ਬਣਾ ਦਿੱਤੇ ਨੇ, ਆਪਾਂ ਤਾਂ ਕੁਝ ਵੀ ਨਹੀਂ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਜਿਹੋ ਜਿਹਾ ਕਿਸੇ ਨੂੰ ਕੋਈ ਕੰਮ ਆਉਂਦਾ ਉਹਨੂੰ ਸਿਖਾਉਣਾ ਚਾਹੀਦਾ, ਖਜ਼ਾਨਾ ਵੰਡਣਾ ਚਾਹੀਦਾ। ਜੈਸਾ ਬਿਰਤ, ਇਹ ਗੁਰਬਾਣੀ ਦੀ ਪੰਗਤੀ ਹੈ, ਜੈਸਾ ਬਿਰਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ। ਜਿਹੋ ਜਿਹਾ ਭਾਈ ਤੁਹਾਨੂੰ ਗੁਰੂ ਸਾਹਿਬ ਨੇ ਕੋਈ ਬਖਸ਼ਿਸ਼ ਕੀਤੀ ਹੈ, ਜਿਹੋ ਜਿਹਾ ਬਿਰਤਾ ਤੁਹਾਡੇ ਕੋਲੇ, ਉਹੋ ਜਿਹਾ ਦਾਨ ਕਰਨਾ ਚਾਹੀਦਾ। ਗੁਰਮਾਗ ਮਜਨ ਸੰਗ ਸਾਧੂਆਂ ਧੂੜੀ ਕਾਰ ਇਸਨਾਨ, ਹਰ ਕਾ ਨਾਮ ਧਿਆਏ ਸੁਰ ਸਭਨਾ ਨੂੰ ਕਰ ਦਾਨ। ਦਾਨ ਕੀ ਕਰਨਾ? ਨਾਮ ਦਾ ਖਜ਼ਾਨਾ। ਗੁਰਬਾਣੀ ਜੇ ਪੜ੍ਹਨੀ ਹੁੰਦੀ ਹੈ ਤਾਂ ਅੱਗੇ ਪੜ੍ਹਾਓ। ਗੁਰਬਾਣੀ ਪੜ੍ਹਾਉਣ ਦਾ ਏਡਾ ਵੱਡਾ ਫਲ ਦੱਸਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਕਿਸੇ ਨੂੰ ਗੁਰਬਾਣੀ ਸਿਖਾਉਣ ਦਾ। ਕਹਿੰਦੇ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ। ਸਾਤ, ਕਈ ਵਿਦਵਾਨ ਸਾਤ ਦਾ ਅਰਥ 100 ਵੀ ਕਰਦੇ ਨੇ, ਪਰ ਜੇ ਆਪਾਂ 7 ਵੀ ਲਾ ਲਈਏ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ। ਕੰਚਨ ਕਹਿੰਦੇ ਸੋਨੇ ਨੂੰ। ਕਹਿੰਦੇ ਏਡਾ ਵੱਡਾ ਫਲ ਆ ਕਿਸੇ ਨੂੰ ਗੁਰਬਾਣੀ ਪਾਠ ਸਿਖਾਉਣ ਦਾ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨੇ ਕੋ ਗੁਰ ਸਿੱਖ ਕੋ ਸ਼ਬਦ ਸਿਖਾਏਗਾ। ਕਿਸੇ ਇੱਕ ਗੁਰੂ ਦੇ ਪਿਆਰੇ ਨੂੰ ਇੱਕ ਸ਼ਬਦ ਸਿਖਾ ਦੇਣਾ, ਜਿਹੋ ਜਿਹੇ 7 ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ, ਐਡਾ ਫਲ ਹੈ। ਇਸ ਕਰਕੇ ਪਿਆਰਿਓ, ਗੁਰਬਾਣੀ ਜਿਹੜੀ ਆ ਇਹਨੂੰ ਆਪਾਂ ਖਾਵਹਿ ਖਰਚਾ ਰਲ ਮਿਲ ਭਾਈ, ਟੋਟ ਨਾ ਆਵੈ। ਇਹ ਵੱਧਦੋ ਜਾਈ, ਇਹ ਖਜ਼ਾਨਾ ਵਧੀ ਜਾਵੇਗਾ ਜਦੋਂ ਬੈਠ ਕੇ ਰਲ ਮਿਲ ਕੇ ਗੁਰਬਾਣੀ ਦੀ ਕਥਾ ਵਿਚਾਰ ਕਰਾਂਗੇ। ਕੋਈ ਰੱਬ ਦਾ ਪਿਆਰਾ ਮਿਲ ਜਾਓ ਉਹਦੇ ਨਾਲ ਬਾਣੀ ਦੀ ਗੱਲ ਕਰਿਆ ਕਰੋ, ਬਾਣੀ ਦੀ ਵਿਚਾਰ ਦੀ ਗੱਲ ਕਰਿਆ ਕਰੋ। ਤੇ ਗੁਰਮੁਖ ਪਿਆਰਿਓ, ਸੰਤ ਮਿਲੈ ਕਿਸ ਸੁਣੀਐ ਕਹੀਐ। ਕਹਿੰਦੇ ਜੇ ਕੋਈ ਰੱਬ ਦਾ ਮਿਲ ਜੇ ਨਾ ਪਿਆਰਾ ਸੰਤ ਸਾਧ ਚਿਤ ਆਤਮਾ, ਕਹਿੰਦੇ ਉਹਨੂੰ ਕੁਛ ਕਹੋ ਤੇ ਉਹਨੂੰ ਕੁਛ ਪੁੱਛੋ। ਮਿਲੈ ਅਸੰਤ, ਜੇ ਕੋਈ ਅਸੰਤ ਮਿਲ ਜੇ, ਜਿਹਦਾ ਆਪਦਾ ਮਨ ਹੀ ਸ਼ਾਂਤ, ਸੰਤ ਮਿਲੈ ਕਿਸ ਸੁਣੀਐ ਕਹੀਐ। ਮਿਲੈ ਅਸੰਤ ਮਸ ਕਰ ਰਹੀ, ਉਹ ਤੋਂ ਪਾਸਾ ਵੱਟ ਲਵੋ। ਮੂਰਖ ਬੰਦਿਆਂ ਤੋਂ ਪਾਸਾ ਵੱਟਣਾ ਜ਼ਰੂਰੀ ਹੈ। ਇਸ ਕਰਕੇ ਭਾਈ ਗੁਰਬਾਣੀ ਦੇ ਨਾਲ ਜੁੜੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੋ, ਗੁਰਬਾਣੀ ਨੂੰ ਪੜ੍ਹੋ ਪਿਆਰ ਨਾਲ,
ਤੇ ਅਰਥ ਸਮਝਣ ਦੀ ਵੀ ਕੋਸ਼ਿਸ਼ ਕਰੋ। ਇਸ ਕਰਕੇ ਮਹਾਰਾਜ ਕਹਿੰਦੇ ਨੇ ਖਾਵੈ ਕਰਕੇ ਰਲ ਮਿਲ ਭਾਈ, ਟੋਟ ਨ ਆਵੈ ਵੱਧ ਤੋਂ ਜਾਈਏ, ਖਜ਼ਾਨਾ ਅੱਗੇ ਵੀ ਵਧੀ ਜਾਵੇਗਾ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਉਹ ਗੁਰੂ ਨੇ ਸਾਡੇ ਮੱਥੇ ਦੇ ਲੇਖ ਜਿਹੜੇ ਲਿਖੇ ਨੇ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਤੇ ਗੁਰਮੁਖ ਪਿਆਰਿਓ, ਉਹ ਲੇਖ ਕਿਵੇਂ ਲਿਖੇ ਨੇ, ਕਿਹੋ ਜਿਹੇ ਲਿਖ ਦਿੱਤੇ ਹਨ। ਸੋ ਏਕ ਖਜ਼ਾਨੇ ਲਿਆਰ ਲਾਏ। ਤੇ ਉਹ ਗੁਰੂ ਨੇ ਸਾਡੇ ਤੇ ਬੜੀ ਬਖਸ਼ਿਸ਼ ਕੀਤੀ ਆ। ਸੋ ਏਕ ਖਜ਼ਾਨਾ, ਆ ਖਜ਼ਾਨੇ ਦੇ ਨਾਲ ਲਿਆ ਰਲਾਏ, ਸਾਨੂੰ ਰਲਾ ਦਿੱਤਾ ਹੈ, ਮਿਲਾ ਦਿੱਤਾ ਹੈ। ਸਤ ਸੰਗਤ ਦੇ ਵਿੱਚ ਆ ਕੇ ਅਸੀਂ ਗੁਰਬਾਣੀ ਦੇ ਸੱਚ ਰੂਪੀ ਖਜ਼ਾਨੇ ਦੇ ਨਾਲ ਮਿਲ ਰਹੇ ਹਾਂ। ਤੇ ਗੁਰਬਾਣੀ ਦੇ ਖਜ਼ਾਨੇ ਦੇ ਨਾਲ ਮਿਲੀਏ, ਫਿਰ ਗੁਰਮੁਖ ਪਿਆਰਿਓ ਸਾਨੂੰ ਇਸ ਲੋਕ ਤੇ ਪਰਲੋਕ ਦੇ ਵਿੱਚ ਕਿਸੇ ਚੀਜ਼ ਦੀ ਘਾਟ ਕਮੀ ਨਹੀਂ ਰਹੇਗੀ। ਭਾਵਨਾ ਨਾਲ ਬਾਣੀ ਪੜ੍ਹੀਏ, ਗੁਰਬਾਣੀ ਨੂੰ ਮੰਨੀਏ, ਆਪਣੀ ਜ਼ਿੰਦਗੀ ਦੇ ਵਿੱਚ ਕਮਾਈਏ, ਫਿਰ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅੱਜ ਦਾ ਉਪਦੇਸ਼ ਇਸ ਸਭ ਦੇ ਵਿੱਚ ਸਤਿਗੁਰੂ ਨੇ ਜੋ ਬਖਸ਼ਿਆ ਹੈ, ਇਹਨੂੰ ਹਿਰਦੇ ਵਿੱਚ ਵਸਾਈਏ, ਗੁਰਸਿੱਖੀ ਕਮਾਈਏ, ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋਈਏ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਨੇ, ਜਿਨ੍ਹਾਂ ਦੇ ਕੱਲ੍ਹ ਨੂੰ ਭੋਗ ਪੈਣਗੇ। ਸਮੇਂ ਸਿਰ ਸੰਗਤਾਂ ਨੂੰ ਬੇਨਤੀ ਹੈ ਵੀ ਤਕਰੀਬਨ 5 ਵਜੇ ਭੋਗ ਦੇ ਸ਼ਲੋਕ ਸ਼ੁਰੂ ਹੋਣਗੇ। ਇਹ ਬੇਨਤੀ ਮੈਂ ਸੰਗਤ ਨੂੰ ਨਿਮਰਤਾ ਸਹਿਤ ਕਰਦਾ ਵੀ ਤਕਰੀਬਨ ਕੋਸ਼ਿਸ਼ ਕਰਾਂਗੇ ਕੱਲ੍ਹ ਨੂੰ ਵੀ ਭੋਗ ਦੇ ਸ਼ਲੋਕ ਸਪੀਕਰ 'ਤੇ ਪੜ੍ਹੇ ਜਾਣ। ਨਹੀਂ ਅੱਗੇ ਆਪਣਾ ਪਾਠ ਲੇਟ ਹੋ ਜਾਂਦਾ, ਵੀ ਇਸ ਕਰਕੇ ਆਪਾਂ ਤੋਂ ਭੋਗ ਦੇ ਸ਼ਲੋਕ ਗੁਪਤ ਪੜ੍ਹਦੇ ਹਾਂ। ਸੋ ਕੱਲ੍ਹ ਨੂੰ ਭੋਗ ਦੇ ਸ਼ਲੋਕ ਸਪੀਕਰ 'ਤੇ ਪੜ੍ਹਾਂਗੇ। ਵੀ ਗੁਰਮੁਖ ਪਿਆਰੇ, ਜੇ ਸਾਰਾ ਪਾਠ ਨਹੀਂ ਸੁਣਿਆ ਜਾਂਦਾ ਤਾਂ ਭੋਗ ਦੇ ਸ਼ਲੋਕ ਆ ਕੇ ਜ਼ਰੂਰ ਸਰਵਣ ਕਰਿਓ। ਇਹ ਨਿਮਰਤਾ ਸਹਿਤ ਬੇਨਤੀ ਹੈ ਸੰਗਤ ਨੂੰ। ਜਿੰਨੇ ਬੈਠੇ ਹੋ ਸਾਰੀ ਸੰਗਤ ਨੂੰ ਅੱਗੇ ਵੀ ਹੋਰ ਨਾਲ ਲੈ ਕੇ ਆਇਓ। ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਿਓ। ਭੋਗ ਦੇ ਸ਼ਲੋਕ ਸਰਵਣ ਕਰਿਓ ਤੇ ਅੱਗੇ ਕੀਰਤਨ ਉਪਦੇਸ਼ ਜੋ ਆਪਾਂ ਦੀਵਾਨ ਸਜਦਾ ਹੈ, ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਗੁਰ ਸਤੋਤਰ ਪੜ੍ਹ ਕੇ ਸਮਾਪਤੀ ਕਰੀਏ। ਧੰਨ ਹੈ ਧੰਨ ਹੈ ਧੰਨ ਹੈ